ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਚੁੱਪਪ੍ਰੀਤ ਦਾ ਸ਼ਹਿਨਸ਼ਾਹ ਵਿਓਪਾਰੀ ਦਾ ਅਗਲਾ ਹਿੱਸਾ ਉਹ ਪਿਆਰ ਨਾਲ ਸਰਵਣ ਕਰੀਏ ਜੀ। ਏਸ਼ੀਆ ਦੇ ਸਾਰੇ ਸ਼ਹਿਰ ਇੱਕੋ ਜਿਹੇ ਹੁੰਦੇ ਹਨ, ਜਿਹਾ ਲਾਹੌਰ, ਜਿਹਾ ਪੀਕਿੰਗ, ਜਿਹਾ ਟੋਕੀਓ ਤੇ ਆ ਬਗਦਾਦ। ਬਾਜ਼ਾਰ ਉਸੀ ਤਰ੍ਹਾਂ ਦੇ, ਖਰੀਦਾਰੀ ਉਸੀ ਤਰ੍ਹਾਂ ਦੀ, ਅਨੇਕ ਤਰ੍ਹਾਂ ਦੀਆਂ ਪੋਸ਼ਾਕਾਂ, ਪਹਿਰਾਵੇ, ਕਈ ਬੋਲੀਆਂ, ਸਾਰਾ ਏਸ਼ੀਆ ਇੱਕੋ ਨੁਹਾਰ ਦਾ ਹੈ। ਇਹਦੇ ਮੁਲਕਾਂ ਦਾ ਜੀਵਨ ਰੰਗ ਮਿਲਦਾ ਜੁਲਦਾ ਹੈ। ਕੋ ਯੂਰਾਲ ਥੀ ਪਰੇ ਜਾਂ ਕੋ ਕਾਫ ਦੀਆਂ ਉਚਾਈਆਂ ਟੱਪ ਕੇ ਫਰਕ ਪੈਂਦਾ ਹੈ ਤੇ ਇੱਕਦਮ ਵੱਡਾ ਫਰਕ ਪੈ ਜਾਂਦਾ ਹੈ। ਬਗਦਾਦ ਸ਼ਹਿਰ ਵਿੱਚ ਬਾਜ਼ਾਰ ਦੀ ਗਹਿਮਾ ਗਹਿਮ ਹੈ। ਬੱਧੂ ਅਰਬਾਂ ਦੇ ਊਠਾਂ ਦੇ ਕਾਫਲੇ ਇੱਕ ਥਾਂ ਉਤਰੇ ਸਨ। ਦੂਜੇ ਪਾਸੇ ਕਾਬਲੀ ਘੋੜਿਆਂ ਦਾ ਕਾਫਲਾ ਆਇਆ ਤੇ ਤੰਬੂ ਲਾਈ ਬੈਠਾ ਹੈ। ਬੜਾ ਭੀੜ ਭੜੱਕਾ ਹੈ। ਜ਼ਨਾਨੀਆਂ ਮਰਦ ਖੁੱਲੇ ਫਿਰ ਰਹੇ ਹਨ। ਕਈ ਖਰੀਦਾਰੀਆਂ ਹੋ ਰਹੀਆਂ ਹਨ। ਇੱਕ ਨੀਲੀ ਘੋੜੀ ਦਾ ਰੱਸਾ ਫੜਿਆ ਹੋਇਆ ਉਸ ਭੀੜ ਵਿੱਚ ਸਾਡੇ ਨੂਰ ਜੀ ਵੀ ਕਾਲੀ ਕਾਲੀ ਆ ਰਹੇ ਹਨ ਤੇ ਕੁਝ ਬੜੀ ਉਤਾਵਲੀ ਜਿਹੀ ਵਿੱਚ ਹਨ। ਤੰਬੂ ਪਿਛਾੜੇ ਘੋੜਾ ਬੰਨ੍ਹਦੇ ਦੌੜਦੇ ਸਾਹੋ ਸਾਹ ਹੋਏ ਮੁੜ ਬਾਹਰ ਵੱਲ ਆ ਰਹੇ ਹਨ। ਕਮਰ ਕੱਸਿਆ ਹੋਇਆ ਤੇ ਸਿਰ ਤੇ ਕੁੱਲਾ, ਨੀਲੀ ਲੁੰਗੀ ਪਾਈ ਹੈ, ਪਰ ਨੈਣ ਸਰਸ਼ਾਰ, ਅੱਧੇ ਉੱਪਰ ਚੜੇ ਹੋਏ ਹਨ ਤੇ ਆਪ ਤੇਜ਼ ਕਦਮ ਕਰ ਉੱਥੇ ਗਏ ਹਨ ਜਿੱਥੇ ਰੂਸੀ ਸੌਦਾਗਰ ਪੋਸਤੀਨਾ ਵੇਚ ਰਹੇ ਸਨ। ਘੰਟਾ ਪਾਰਾ ਪੋਸਤੀਨਾ ਸੰਬੂਰੀਆਂ ਦੇਖਦੇ ਰਹੇ, ਕਦੀ ਆਸਮਾਨਾਂ ਵੱਲ ਤੱਕਣ, ਕਦੀ ਸੰਬੂਰੀਆਂ ਵੱਲ। ਬੜੀਆਂ ਬੜੀਆਂ ਵਧੀਆਂ ਚੀਜ਼ਾਂ ਤੱਕਣ, ਪਰ ਹੱਥ ਵਿੱਚ ਕੁਝ ਦੇਰ ਰੱਖ ਕੇ ਹੇਠਾਂ ਸੁੱਟ ਦੇਣ। ਰੂਸੀ ਸੌਦਾਗਰ ਹੈਰਾਨ ਹੁੰਦੇ ਸਨ ਕਿ ਇਹ ਕੀ ਕਰ ਰਿਹਾ ਹੈ। ਆਖਿਰ ਇੱਕ ਸੰਬੂਰੀ ਆਪ ਦੇ ਹੱਥਾਂ ਵਿੱਚੋਂ ਫੜੇ ਫੜੇ ਆਪ ਨਾ ਛੁੱਟੀ। ਹੱਥਾਂ ਵਿੱਚ ਦੇ ਅੰਦਰ ਇੱਕ ਕੜਾਕਾ ਜਿਹਾ ਵੱਜਿਆ, ਸੁਰਤ ਇਕੱਠੀ ਹੋਈ ਤੇ ਸਿਰ ਨੂੰ ਇੱਕ ਝੰਜੋੜਾ ਜਿਹਾ ਆਇਆ। ਲੂਹਾਂ ਵਿੱਚ ਖੁਸ਼ੀ ਦਾ ਸੁੱਖ, ਠੰਡਾ ਸੁੱਖ ਹੋਇਆ। ਭਾਈ, ਇਸ ਸੰਬੂਰੀ ਦਾ ਕੀ ਮੁੱਲ ਹੈ? ਰੂਸੀ ਸੌਦਾਗਰ ਵੀ ਤਾੜ ਗਏ ਸਨ ਕਿ ਚੀਜ਼ ਜ਼ਰੂਰ ਬਹੁਮੁੱਲੀ ਹੋਊ। ਨੂਰ ਜੀ ਨੂੰ ਜਾਣਦੇ ਸਨ ਕਿ ਪੋਸਤੀਨਾ ਕਾਲੀਨਾ ਦਾ ਉਸ ਮੁਲਕ ਵਿੱਚ ਉਹੋ ਜਿਹਾ ਪਾਰਖੂ ਹੋਰ ਕੋਈ ਨਹੀਂ ਸੀ। ਉਹ ਅਦੁੱਤੀ ਰਸਕ ਗਿਆਤ ਵਾਲਾ ਬੰਦਾ ਸੀ। ਕੁਝ ਗੱਲ ਹੈ ਕਿ ਅੱਜ ਜਿਨ੍ਹਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ, ਇਸ ਪਾਰਖੀ ਨੇ ਸੁੱਟ ਪਾਈਆਂ ਹਨ ਤੇ ਇੱਕ ਇਹ ਪੋਸਤੀਨ ਪਸੰਦ ਕੀਤੀ ਹੈ। ਉਹਨਾਂ ਨੇ ਦਿਲ ਵਿੱਚ ਮੁੱਲ ਚੜ੍ਹਾਉਣ ਦੀ ਠਾਣ ਲਈ। ਜੀ, ਮੁੱਲ 2000 ਰੂਬਲ। ਭਾਈ, ਬੜੀ ਸਸਤੀ ਹੈ। ਇਹ ਲਓ ਆਪਣਾ ਮੁੱਲ, ਪੋਸਤੀਨ ਮੇਰੀ ਹੋਈ। ਨੂਰ ਜੀ ਪੋਸਤੀਨ ਲੈ ਕੇ ਕੁਝ ਦੂਰ ਗਏ ਸਨ ਕਿ ਯਾਦ ਕੁਛ ਆਈ। ਮੁੜ ਪਰਤ ਆਏ ਤੇ ਕਹਿਣ ਲੱਗੇ, ਸੱਜਣ, ਸਭ ਥੀ ਵਧੀਆ ਤੇ ਕੀਮਤੀ ਆਪ ਪਾਸ ਕਿਹੜੀ ਸੰਬੂਰੀ ਹੈ? ਰੂਸੀ ਸੌਦਾਗਰਾਂ ਨੇ ਆਪਣੇ ਜਾਚੇ ਜੋ ਵਧੀਆ ਸੀ ਉਹ ਪੇਸ਼ ਕੀਤੀ। ਅੱਛਾ, ਚੰਗੀ ਹੈ। ਕੀ ਮੁੱਲ? 5000 ਰੂਬਲ। ਭਾਈ, ਐਤਕੀ ਸੰਬੂਰੀਆਂ ਬੜੀਆਂ ਸਸਤੀਆਂ ਹਨ। ਇਹ ਲਓ 5000 ਰੂਬਲ। 2 ਸੰਬੂਰੀਆਂ ਲੈ ਕੇ ਆਪਣੇ ਤੰਬੂ ਵਿੱਚ ਆਏ। ਅੱਗੇ ਇੱਕ ਫਾਰਸੀ ਕਾਲੀਨ ਜਿਸ ਦੀ ਕੀਮਤ 20,000 ਦੀਨਾਰ ਸੀ ਲੈ ਕੇ ਰੱਖਿਆ ਹੋਇਆ ਸੀ। ਉਹ ਵੀ ਕੱਢਿਆ ਤੇ ਕਾਲੀਨ ਨੂੰ ਚੁੰਮਿਆ, ਫਿਰ ਪੋਸਤੀਨ ਨੂੰ ਚੁੰਮਿਆ, ਫਿਰ ਪੋਸਤੀਨ ਕਾਲੀਨ ਤੇ ਰੱਖੀ, ਫਿਰ ਦੋਹਾਂ ਨੂੰ ਚੁੰਮਿਆ, ਫਿਰ ਸਿਜਦਾ ਕੀਤਾ, ਫਿਰ ਬੱਧਾ, ਫਿਰ ਮਸਤਕ ਤੇ ਰੱਖਿਆ ਤੇ ਫਿਰ ਇੱਕ ਨਿੱਕਾ ਜਿਹਾ ਭਾਰ ਬਣਾਇਆ ਤੇ ਆਪਣੀ ਕਮਰ ਤੇ ਬੱਧਾ। ਸੁਆਣੀ ਲਈ ਜਿਹੜੀ ਵਧੀਆ ਪੋਸਤੀਨ ਲਈ ਸੀ, ਉਹ ਕੀਮਤੀ ਸਾਮਾਨ ਨਾਲ ਚਾਕਰਾਂ ਬੰਨ ਲਈ ਤੇ ਕਾਬਲੀ ਕਾਰਵਾਨ ਨੇ ਅੱਜ ਸ਼ਾਮ ਨੂੰ ਟੁਰਨਾ ਸੀ। ਝਟਪਟ ਸਾਮਾਨ ਬੰਨ ਲਿਆ ਤੇ ਚਾਕਰਾਂ ਨੂੰ ਕਹਿ ਕੇ ਕਿ ਮੈਂ ਪਹਿਲੀ ਮੰਜ਼ਲ ਤੇ ਸ਼ਾਮ ਤੱਕ ਅਪੜ ਪਵਾਂਗਾ, ਤੁਸੀਂ ਕਾਫਲੇ ਨਾਲ ਚੱਲ ਪੈਣਾ। ਘੋੜੇ ਤੇ ਪਲਾਕੀ ਮਾਰ ਬਗਦਾਦ ਸ਼ਹਿਰ ਦੇ ਪੱਛਮ ਵੱਲ ਜੰਗਲ ਦੀ ਤਰਫ ਟੁਰ ਗਿਆ। ਘਣਾ ਜੰਗਲ ਹੈ, ਪਰ ਜਿਸ ਦਾ ਹੈ ਕਿ ਕੁਦਰਤ ਨੇ ਬਾਗ ਲਾਇਆ ਹੋਇਆ ਹੈ। ਅੱਗੇ ਪਿੱਛੇ ਤਾਂ ਰੇਗਿਸਤਾਨ ਹੈ, ਰੱਕੜ ਹੈ, ਨਾਲੇ ਪਹਾੜ ਵੀ ਹਨ, ਪਰ ਉਸ ਇੱਕ ਅੱਧ 2 ਮੀਲ ਦੀ ਥਾਂ ਤੇ ਪਾਣੀ ਚੱਲ ਰਹੇ ਹਨ ਤੇ ਬੂਟੇ ਹਿਲ ਰਹੇ ਹਨ। ਸੁਗੰਧੀਆਂ ਮਹਿਕ ਰਹੀਆਂ ਹਨ ਤੇ ਇੱਕ ਓਲੇ ਥਾਂ ਤੇ ਇੱਕ ਸ਼ਿਲਾ ਹੈ। ਉਸ ਸ਼ਿਲਾ ਪਰ ਇੱਕ ਫੁੱਲਾਂ ਦੀ ਮਾਲਾ ਰੱਖੀ ਹੈ ਤੇ ਉਸ ਦੇ ਹੇਠਵਾਰ
ਛੁਪੀ ਥਾਂ ਤੇ ਇੱਕ ਦਰਵੇਸ਼ ਸਫੇਦ ਰੀਸ਼ ਕੱਖਾਂ ਦੀ ਝੁੱਗੀ ਵਿੱਚ ਰਹਿੰਦੇ ਹਨ। ਉੱਚੇ ਲੰਮੇ ਪਤਲੇ ਬਿਰਧ ਸਰੀਰ ਬੈਠੇ ਹਨ, ਚੁੱਪ ਹਨ, ਗੱਲ ਨਹੀਂ ਕਰਦੇ, ਪਰ ਮੱਥਾ ਹੱਸ ਰਿਹਾ ਹੈ। ਨੈਣਾਂ ਵਿੱਚ ਕੋਈ ਅਨਹਦ ਸ਼ਬਦ ਬੋਲ ਰਿਹਾ ਹੈ। ਹੱਥ ਕੁਝ ਕੰਬਦੇ ਹਨ, ਪਰ ਖੁਸ਼ੀ, ਚਾਅ, ਉਮਾਹ, ਰੂਹ ਦਾ ਖੇੜਾ ਤੇ ਹਰਿਆਵਲ ਉਸ ਬਿਰਧ ਦਰਵੇਸ਼ ਦੇ ਦਿਲ ਵਿੱਚ ਵੈਸੀ ਹੀ ਸੀ ਜਿਸ ਤਰ੍ਹਾਂ ਉਹ ਰੇਗਿਸਤਾਨ ਦੇ ਚੌਗਿਰਦੇ ਵਿੱਚ ਉਹ ਹਰਾ ਭਰਾ ਫੁੱਲਾਂ ਫਲਾਂ ਵਾਲਾ ਅਦਭੁਤ ਬਾਗ ਸੀ ਤੇ ਉਹ ਨਿੱਕਾ ਹਰਿਆ ਜੰਗਲ ਤੇ ਬਾਗ ਫਕੀਰ ਸਾਈਂ ਦੇ ਦਿਲ ਦਾ ਬਾਹਰਲਾ ਚਿੰਨ੍ਹ ਸੀ। ਆਪ ਦੇ ਦਿਲ ਦੀ ਸੇਜਲ ਬਾਹਰ ਫੁੱਟੀ ਉਸ ਰੂਪ ਦੇ ਅੱਖਰਾਂ ਵਿੱਚ ਲਿਖ ਰਹੀ ਸੀ। ਆਪ ਦੀ ਸਫੇਦ ਲੰਮੀ ਦਾੜੀ ਜਿਵੇਂ ਬਰਫ਼ ਦਾ ਝਰਨਾ ਵਹਿ ਰਿਹਾ ਸੀ। ਭਰਵੱਟੇ ਚਿੱਟੇ, ਪਲਕ ਚਿੱਟੇ ਕੇਸ ਉਸ ਉਮਰ ਵਿੱਚ ਵੀ ਬੜੇ ਭਾਰੇ, ਜੋ ਇੱਕ ਜੋਤੀ ਦੀਆਂ ਕਿਰਨਾਂ ਦੇ ਸਮੂਹ ਵਾਂਗ ਆਪ ਦੇ ਸਿਰ ਦੇ ਤਾਜ ਦਾ ਕੰਮ ਦੇ ਰਹੇ ਹਨ। ਭੇਦ ਵਾਲੀ ਗੱਲ ਤੇ ਰੂਹ ਦਾ ਕਮਾਲ ਸਾਈਂ ਜੀ ਦੇ ਨੈਣਾਂ ਵਿੱਚ ਸੀ, ਜੋ ਆਪ ਸਦਾ ਛੁਪਾ ਕੇ ਰੱਖਦੇ ਸਨ। ਅੱਖਾਂ ਸਦਾ ਮੀਟੀਆਂ ਰੱਖਦੇ ਸਨ। ਬਗਦਾਦ ਵਾਲੀ ਸਾਰੀ ਵਲਾਇਤ ਆਪ ਦੇ ਅਦਬ ਵਿੱਚ ਸੀ। ਕਾਕੇਸ਼ੀਅਸ ਦੇ ਲੋਕ ਵਹੀਰਾਂ ਪਾ ਕੇ ਸਾਲ ਵਿੱਚ ਇੱਕ ਵੇਰ ਆਉਂਦੇ ਤੇ ਮੇਲਾ ਕਰਦੇ ਸਨ। ਜਗਿਆਸੂ ਸਦਾ ਆਉਂਦੇ ਸਨ, ਬਸ ਦਰਸ਼ਨ ਕਰਨਾ ਤੇ ਮੁੜ ਜਾਣਾ। ਪਰ ਆਪ ਦਾ ਮਹਿਰਮ ਬੰਦਾ ਅਸਲੀ ਰਾਜ਼ ਦਾ ਕੋਈ ਸੀ। ਜਦ ਕਦੀ ਉਹ ਹਰਜਨ ਆਉਂਦੇ ਸਨ, ਤਦ ਉਹਨਾਂ ਪਰ ਉਹ ਰੱਬ ਦਾ ਬੰਦਾ ਆਪਣੇ ਨੈਣ ਖੋਲ ਉਸ ਨੈਣਾਂ ਦੀ ਚੁੱਪ ਦੇ ਦਰਸ਼ਨ ਕਰਾਂਦਾ, ਆਪਣੀਆਂ ਨਜ਼ਰਾਂ ਦੇ ਵਜਨ ਕਰਦਾ ਸੀ। ਦਰਵੇਸ਼ ਕੌਣ ਸੀ? ਇਹ ਦੀਨ ਦੁਨੀ ਦੇ ਵਾਲੀ ਸਤਿਗੁਰੂ, ਉਸ ਅਕਾਲ ਜੋਤ ਸਤਿਗੁਰ ਜਾਗਤਾ ਹੈ ਦੇਵ ਨਾਨਕ ਨਿਰੰਕਾਰੀ ਜੀ ਦਾ ਸਿੱਖ ਸੀ। ਹਜ਼ੂਰ ਦੇ ਆਪਣੀ ਹੱਥੀ ਬਖਸ਼ਿਆ ਬੰਦਾ ਸੀ। ਪਰ ਇਹ ਗੱਲ ਵੀ ਉਹਦੇ ਮੂੰਹੋਂ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਸੀ। ਕੋਈ ਨਹੀਂ ਜਾਣਦਾ ਸੀ ਕਿ ਆਪ ਨੂੰ ਇਹ ਮਹਾਨਤਾ ਕਿੱਥੋਂ ਪ੍ਰਾਪਤ ਹੋਈ। ਮੂੰਹ ਉੱਪਰ ਚੁੱਪ ਦੀ ਮੋਹਰ ਸੀ। ਦਿਲ ਵਿੱਚ ਸੀ ਜੋ ਕੁਝ ਸੀ, ਹੁਕਮ ਵਿੱਚ ਚੁੱਪ ਸਨ। ਆਪ ਦਾ ਮੂੰਹ ਉਸ ਅੰਮ੍ਰਿਤ ਵਚਨ ਨਾਲ ਭਰਿਆ ਸੀ। ਆਪ ਬੋਲਦੇ ਨਹੀਂ ਸਨ, ਮਤੇ ਅੰਮ੍ਰਿਤ ਵੀਟ ਜਾਏ। ਆਪ ਦੇ ਨੈਣ ਉਸ ਇਲਾਹੀ ਦਰਸ਼ਨ ਨਾਲ ਭਰੇ ਹੋਏ ਸਨ। ਆਪ ਖੋਲਦੇ ਨਹੀਂ ਸਨ, ਮਤੇ ਦੂਸਰਾ ਦਿਸੇ ਤੇ ਉਸ ਪਿਆਰ ਦੇ ਦਰਸ਼ਨ ਓਲੇ ਹੋ ਜਾਣ। ਨੂਰ ਜੀ ਘੋੜਾ ਭਜਾਈ ਇੱਧਰ ਆ ਰਹੇ ਸਨ। ਇੱਕ ਬ੍ਰਿਛ ਹੇਠ ਘੋੜੇ ਨੂੰ ਬੱਧਾ, ਪੈਰਾਂ ਥੀ ਜੋੜਾ ਲਾਇਆ ਤੇ ਨੰਗੇ ਪੈਰੀ ਨੈਣਾਂ ਵਿੱਚ ਅਥਰੂਆਂ ਦੀ ਮਾਲਾ ਫੜੀ ਸਾਈਂ ਲੋਕਾਂ ਵੱਲ ਜਾ ਰਹੇ ਹਨ। ਆਪ ਦਾ ਪਵਿੱਤਰ ਨਾਮ ਵੀ ਨੂਰ ਜੀ ਨੂੰ ਨਹੀਂ ਪਤਾ ਸੀ। ਨੂਰ ਜੀ ਨੂੰ ਬਸ ਆਪਣੇ ਆਪ ਦੀ ਖਬਰ ਸੀ। ਪਿੱਠ ਥੀ ਕਾਲੀਨ ਤੇ ਸੰਬੂਰੀ ਉਤਾਰ ਕੇ ਅੱਗੇ ਰੱਖੀਆਂ। ਬਿਰਧ ਦਰਵੇਸ਼ ਜੀ ਨੇ ਹੱਥ ਲਾਇਆ। ਆਪ ਨੇ ਉਸ ਕਾਲੀਨ ਨੂੰ ਚੁੰਮਿਆ, ਫਿਰ ਸੰਬੂਰੀ ਨੂੰ ਚੁੰਮਿਆ ਤੇ ਕਿੰਨੇ ਸਾਲ ਬਾਅਦ ਪਹਿਲਾ ਵਚਨ ਕੀਤਾ, ਪਾਤਸ਼ਾਹਾਂ ਲਈ ਆਪੇ ਪਹੁੰਚੋਗੇ, ਆਪੇ ਮੰਗਣਗੇ, ਆਪੇ ਦਰਸ਼ਨ ਦੇਣਗੇ। ਨੂਰ ਜੀ ਨੇ ਚਰਨਾਂ ਤੇ ਸੀਸ ਧਰਿਆ। ਕੰਬਦੇ ਬੁੱਢੇ ਝੁਰਣੀਆਂ ਪਏ ਹੱਥ ਦਰਵੇਸ਼ ਜੀ ਨੇ ਨੂਰ ਜੀ ਦੀ ਕੰਢੀ ਫੇਰੇ ਤੇ ਫਿਰ ਵਚਨ ਹੋਇਆ, ਤੈਨੂੰ ਹੁਕਮ ਹੈ, ਤੇਰੀ ਕੰਢੀ ਪਾਤਸ਼ਾਹ ਆਪ ਹਨ, ਜੋ ਕਹੇਗਾ ਸੋ ਪੂਰਾ ਹੋਵੇਗਾ। ਤੂੰ ਹੁਣ ਰੱਬ ਦਾ ਵਿਉਪਾਰੀ ਹੋਇਆ, ਤੇਰਾ ਸਾਡਾ ਵਿਉਪਾਰ ਚੱਲੇਗਾ। ਕਿੰਨਾ ਚਿਰ ਲੰਘ ਗਿਆ, ਹੱਥ ਕੰਬਦਾ ਕੰਢੀ ਤੇ ਫਿਰ ਰਿਹਾ ਹੈ। ਵਾਹ ਨੂਰ ਜੀ, ਧੰਨ ਜਣੇ ਦੀ ਮਾਂ, ਜਗਿਆਸਾ ਆਪ ਦੀ ਪੂਰੀ ਹੋਈ। ਨੂਰ ਜੀ ਉੱਠਿਆ, ਪਰ ਫਿਰ ਚਰਨਾਂ ਤੇ ਢਹਿ ਪਿਆ। ਜਿਵੇਂ ਸਵਾਣੀ ਦੀ ਹਾਲਤ ਨੂਰ ਜੀ ਨੂੰ ਮਿਲ ਕੇ ਹੋਈ ਸੀ, ਉਹ ਹਾਲਤ ਨੂਰ ਜੀ ਦੀ ਅੱਜ ਹੋ ਰਹੀ ਹੈ। ਉੱਠਦਾ ਹੈ ਤੇ ਮੁੜ ਡਿੱਗਦਾ ਹੈ। ਮੂੰਹ ਉੱਪਰ ਪ੍ਰਸ਼ਨ ਆਇਆ, ਕਹਿ ਨਹੀਂ ਸਕਦਾ, ਪਰ ਜਾਣੀ ਜਾਣ ਦਰਵੇਸ਼ ਮੁੜ ਬੋਲੇ, ਨੂਰ ਜੀ, ਇਹ ਭੇਤ ਸੱਚੇ ਸ਼ਹਿਨਸ਼ਾਹ ਆਪ ਖੋਲਣਗੇ, ਘਬਰਾਓ ਨਹੀਂ। ਫਿਰ ਉਹ ਕੰਬਦਾ ਹੱਥ ਦਰਵੇਸ਼ ਜੀ ਦਾ ਕੰਢ ਉੱਪਰ ਫਿਰਿਆ। ਦਾਤਾਂ ਦਾ ਕੀ ਅੰਸ਼ ਸੀ, ਬਖਸ਼ਿਸ਼ਾਂ ਦੇ ਦਰਿਆ ਉਹਨਾਂ ਹੱਥਾਂ ਵਿੱਚ ਚੱਲ ਰਹੇ ਸਨ। ਨੂਰ ਜੀ ਉੱਠੇ। ਕੀ ਤੱਕਦੇ ਹਨ?
ਦਰਵੇਸ਼ ਜੀ ਦੇ ਸਾਰੀ ਉਮਰ ਦੇ ਬੰਦ ਹੋਏ ਨੈਣ ਸਾਫ਼ ਤੇ ਸਾਰੇ ਖੁੱਲੇ ਉਹਨਾਂ ਵੱਲ ਨੀਝਲਾ ਤੱਕ ਰਹੇ ਹਨ। ਮੱਥੇ ਤੇ ਕਈ ਚੰਦਰਮਾ ਚਮਕਦੇ ਦਿਸੇ ਤੇ ਨੈਣਾਂ ਵਿੱਚ ਨਵੇਂ ਬਣੇ ਸੂਰਜਾਂ ਦਾ ਜਲਾਲ ਸੀ। ਅੰਮ੍ਰਿਤਤਾ ਰੂਪ ਧਾਰ ਉਸ ਬ੍ਰਿਧ ਦਰਵੇਸ਼ ਵਿੱਚ ਬੈਠੀ ਸੀ। ਸਾਰੇ ਗਗਨਾਂ ਦੇ ਸੂਰਜ ਇਉਂ ਚਾਬਦਾ ਸੀ ਕਿ ਉਹਨਾਂ ਦੇ ਨੈਣਾਂ ਪਿੱਛੇ ਦਗ ਦਗ ਕਰ ਰਹੇ ਹਨ, ਔਰ ਉਹ ਚਿਹਰਾ ਨੂਰ ਜੀ ਨੂੰ ਸ੍ਰਿਸ਼ਟੀ ਦਾ ਆਪਣਾ ਚਿਹਰਾ ਦਿਸਿਆ। ਨੂਰ ਜੀ ਬੇਹੋਸ਼ ਹੋ ਡਿੱਗੇ, ਤਾ ਚਰਨਾਂ ਤੇ ਡਿੱਗੇ, ਪਤਾ ਨਹੀਂ ਕਿੰਨਾ ਚਿਰ ਪਏ ਰਹੇ। ਬਸ ਦਰਵੇਸ਼ ਜੀ ਫਿਰ ਨੈਣ ਨਹੀਂ ਖੋਲੇ। ਨੂਰ ਜੀ ਦਾ ਇੱਕ ਚਿੱਤ ਕਰੇ ਉੱਥੇ ਹੀ ਬੈਠ ਜਾਏ, ਪਰ ਹੁਕਮ ਹੋਇਆ ਸੀ, ਜਾਓ। ਭਲਾ ਜਾਣ ਵਿੱਚ ਹੀ ਸਮਝੋ। ਮੇਲਾਂ ਸਰੀਰਾਂ ਵਿੱਚ ਤਾਂ ਹੁੰਦੀ ਹੀ ਨਹੀਂ। ਸੁਰਤ ਸੁਰਤ ਵਿੱਚ ਜਦ ਗੜੀਂਦੀ ਹੈ ਤਦ ਦਰਸ਼ਨ ਹੁੰਦਾ ਹੈ, ਮਿਲਾਪ ਵੀ ਹੁੰਦਾ ਹੈ। ਨਹੀਂ ਤਾਂ ਪੱਥਰ ਪਹਾੜ ਪਏ ਹੀ ਹਨ ਨਾ, ਜੰਗਲ ਦਰਿਆ ਵਸ ਹੀ ਰਹੇ ਹਨ। ਪਰ ਕੋਈ ਪੈਗੰਬਰ ਹੁੰਦਾ ਹੈ ਜਿਹਨੂੰ ਰੱਬ ਦਾ ਮੇਲਾ ਇੱਥੇ ਹੁੰਦਾ ਹੈ। ਦਰਵੇਸ਼ ਜੀ ਨਾਲ ਹੁਣ ਕੋਈ ਮਿਲਾਪ ਉੱਥੇ ਬੈਠੇ ਹੋਏ ਵੀ ਹੋਣਾ ਤਾਂ ਨਹੀਂ। ਮਿਲਾਪ ਤਾਂ ਆਪਦੀ ਮਿਹਰ ਵਿੱਚ ਸੀ। ਜਿੱਥੇ ਚਾਹਣ ਉਹ ਸੋਹਣਿਆਂ ਨੈਣਾਂ ਵਾਲਾ ਮਿਲ ਸਕਦਾ ਹੈ, ਸੁਰਤ ਵਿੱਚ ਦਰਸ਼ਨ ਦੇ ਸਕਦਾ ਹੈ। ਕਾਲ ਅਰ ਆਕਾਸ਼ ਥਾਂ ਥਾਂ ਤੇ, ਸਮਾਂ ਇਹਨਾਂ ਲਈ ਕੁਝ ਨਹੀਂ। ਉਹ ਤਾਂ ਸਰੀਰ ਵਿੱਚ ਬੈਠੇ ਵੀ ਸਮੇਂ ਅਰ ਥਾਂ ਕਾਲ ਆਕਾਸ਼ ਥੀ ਉੱਤੇ ਰਹਿੰਦੇ ਹਨ। ਫਿਰ ਉੱਥੇ ਬੈਠਣਾ ਵੈਸਾ ਹੀ ਸੀ ਜਿਵੇਂ ਉਹਨਾਂ ਦੇ ਇਰਦ ਗਿਰਦ ਜਲ, ਪੰਛੀ, ਬਿਰਛ ਤੇ ਜਾਨਵਰ ਸਨ। ਮਿਲਾਪ ਵਸਾਲ ਉਸ ਨਦਰ ਵਿੱਚ ਹੈ ਜਿਹੜੀ ਉਹਨਾਂ ਨੂਰ ਜੀ ਉੱਪਰ ਪਾਈ ਸੀ। ਉਹ ਨਦਰ, ਹਾਂਜੀ, ਰੱਬ ਦਾ ਨਾਮ ਗਾਉਂਦੀ ਨਦਰ ਤਾਂ ਸਦੀਆਂ ਬਾਅਦ ਕਿਸੇ ਵਿਰਲੇ ਭਾਗਾਂ ਵਾਲੇ ਤੇ ਪੈਂਦੀ ਹੈ। ਸੋ ਪੂਰਨ ਵੈਰਾਗ ਵਿੱਚ, ਪਰ ਜੁੜੀ ਅਵਸਥਾ ਵਿੱਚ, ਵਸਾਲ ਵਿੱਚ ਨੂਰ ਜੀ ਨੇ ਉਹਨਾਂ ਦੇ ਚਰਨਾਂ ਤੇ ਫਿਰ ਸੀਸ ਨਿਵਾਇਆ। ਪਰ ਹੁਣ ਨੂਰ ਜੀ ਦੇ ਆਪਣੇ ਦਿਲ ਦਾ ਚਾਅ ਸੀ। ਦਰਵੇਸ਼ ਜੀ ਨੇ ਕੋਈ ਉੱਤਰ ਨਾ ਦਿੱਤਾ, ਦੇਖਿਆ ਵੀ ਨਹੀਂ ਕਿ ਕੀ ਹੈ, ਕੌਣ ਹੈ। ਓਏ ਵੇ ਪਰਵਾਹ ਨਾ ਬੋਲਣੀ, ਹਉ ਮਲਮਲ ਧੋਵਾਂ ਤਿੰਨ ਪਾਏ। ਫਿਰ ਨੂਰ ਜੀ ਨੇ ਆਪਣਾ ਪੂਰਾ ਸਿਜਦਾ ਸਿਲਾ ਨੂੰ ਕੀਤਾ। ਘੜੀ ਦੋ ਘੜੀ ਅਜੀਬ, ਇੱਕ ਹੋਰ ਰੰਗ, ਇੱਕ ਹੋਰ ਸਵਾਦ ਵਿੱਚ ਲੰਘੇ। ਸਿਰ, ਬਦਨ, ਰੂਹ ਨੂਰ ਜੀ ਦਾ ਹੋਲਾ ਫੁੱਲ ਹੋ ਗਿਆ। ਲੂਹਾਂ ਵਿੱਚ ਅੰਮ੍ਰਿਤ ਦੇ ਫੁਹਾਰੇ ਛੁੱਟ ਪਏ। ਧਰਤ ਆਕਾਸ਼ ਚਿੱਟੀ ਚੰਬੇਲੀ ਦੇ ਫੁੱਲਾਂ ਦੀ ਫੁਹਾਰ ਨਾਲ ਆਪਦੇ ਨੈਣਾਂ ਵਿੱਚ ਭਰ ਗਏ। ਇਉਂ ਸੁਗੰਧੀ ਨਾਲ ਘਿਰੇ, ਬਰਕਤ ਨਾਲ ਸਿਜੇ, ਰੱਬ ਨਾਲ ਜੁੜੇ, ਰੂਹ ਵਿੱਚ ਘੁਲੇ, ਆਪਣੀ ਘੋੜੀ ਨੀਲੀ ਤੇ ਚੜ੍ਹ ਕੇ ਆਪਣੇ ਕਾਫਲੇ ਨਾਲ ਪਹਿਲੀ ਮੰਜ਼ਿਲ ਤੇ ਜਾ ਮਿਲੇ। ਇਹ ਦਰਵੇਸ਼ ਪੂਰੇ ਭਾਂਡੇ ਸਿਮਰਨ ਵਾਲੇ ਸਿੱਖ ਫਕੀਰ ਸਨ। ਜਿਵੇਂ ਅਸੀਂ ਪਿੱਛੇ ਦੱਸ ਆਏ ਹਾਂ, ਕੋ ਕਾਫ ਤੱਕ ਦੇ ਲੋਕੀ ਆਪ ਪਾਸ ਦਰਸ਼ਨਾਂ ਨੂੰ ਆਉਂਦੇ ਸਨ। ਮਾਨ ਤਾਂ ਉਹਨਾਂ ਦੇ ਚੌਗਿਰਦੇ ਹੀ ਹੁੰਦੀ ਸੀ। ਉਹਨਾਂ ਦਾ ਮਿਲਾਪ ਆਮ ਨੂੰ ਨਸੀਬ ਨਹੀਂ ਸੀ। ਲੋਕਾਂ ਦੀਆਂ ਮਨਮਨੀਆਂ ਮੁਰਾਦਾਂ ਸੁੱਤੇ ਸਿੱਧ ਪੂਰੀਆਂ ਹੁੰਦੀਆਂ ਸਨ। ਆਪ ਰਿੰਦੇ ਤੇ ਆਪੇ ਪਕਾਉਂਦੇ ਸਨ, ਪਰ ਬਰਕਤ ਮਹਾਂਪੁਰਖਾਂ ਦੀ ਸੀ। ਇਹ ਗੱਲ ਲੋਕਾਂ ਦੇ ਤਜਰਬੇ ਵਿੱਚ ਆ ਚੁੱਕੀ ਸੀ। ਸਾਈਂ ਜੀ ਪਾਸ ਕੋਈ ਨਹੀਂ ਸੀ ਫਟਕਦਾ, ਪਰ ਗੁਰੂ ਕਾ ਲੰਗਰ ਇਸ ਘਣੇ ਜੰਗਲ ਵਿੱਚ ਵੀ ਅਖੁੱਟ ਤੇ ਅਟੁੱਟ ਚੱਲਦਾ ਸੀ। ਜੋ ਆਵੇ ਸੋ ਪ੍ਰਸ਼ਾਦੇ ਛਕਦਾ ਸੀ। ਅਦਬ, ਪਿਆਰ, ਭਾਉ ਹਵਾ ਵਿੱਚ ਵੀ ਦਿਸ ਪੈਂਦਾ ਸੀ। ਆਪ ਦਾ ਪਵਿੱਤਰ ਨਾਮ ਸ਼ਾਹ ਬਹਿਲੋਲ ਸੀ, ਪਰ ਲੋਕਾਂ ਨੂੰ ਪਤਾ ਨਹੀਂ ਸੀ ਸ਼ਾਹ ਜੀ ਜਾਂ ਦਰਗਾਹ ਕਰਕੇ ਸੱਦਦੇ ਸੀ। ਅੱਜ ਤੱਕ ਉਹ ਸਿਲਾ ਬਗਦਾਦ ਵਿੱਚ ਸਾਂਭ ਕੇ ਰੱਖੀ ਹੋਈ ਹੈ। ਆਨੰਦ ਆਚਾਰੀਆ ਆਪਣੀਆਂ ਨਜ਼ਮਾਂ ਸਨੋਬਰਡਸ ਮੈਕਲਨ ਵਿੱਚ ਉਹਦਾ ਤਰਜੁਮਾ ਇਉਂ ਕਰਦਾ ਹੈ। ਇਹ ਆਪ ਦੀ ਅੰਗਰੇਜ਼ੀ ਨਸਰ ਨਜ਼ਮ ਦਾ ਖੁੱਲ੍ਹਾ ਉਲੱਥਾ ਹੈ। ਬਗਦਾਦ ਨਗਰ ਦੇ ਬਾਹਰਵਾਰ ਇੱਕ ਮੰਦਰ ਵਿੱਚ ਇੱਕ ਅਰਬੀ ਵਿੱਚ ਉਕਰੇ ਕੁਤਬੇ ਨੂੰ ਪੜ੍ਹ ਕੇ ਇਹ ਕਵਿਤਾ ਲਿਖੀ। ਇਹ ਕੁਤਬਾ 912 ਹਿਜਰੀ ਦਾ ਲਿਖਿਆ ਸੀ। ਇਸ ਪੱਥਰ ਦੀ ਸਾਦੀ ਸਿਲਾ ਤੇ ਆਣ ਤੁਸੀਂ ਬੈਠੇ ਹੋ ਗੁਰੂ ਨਾਨਕ ਪਿਆਰੇ। ਭਾਰਤ ਦੇ ਪਾਕ ਪੁੱਤਰਾਂ ਦੇ ਤੁਸੀਂ ਪਾਤਸ਼ਾਹ, ਤੇ ਉਸ ਵਿਦਿਆ ਪ੍ਰਕਾਸ਼ ਤੇ ਰੱਬ ਦੇ ਪੁੱਤਰਾਂ ਦੇ ਆਪਸ ਵਿੱਚ ਭਾਈਆਂ ਵਾਲੇ ਸੋਹਣੇ ਵਚਨ ਵਿਲਾਸ ਤੁਸਾਂ ਦੇ। ਸੱਤ ਨਦੀਆਂ ਦੇ ਸੋਮਿਆਂ ਥੀ
तुसा केड़ा ओ इलाही राग गाविया जिस नाल ईरान सारे दा रूह रजाया आपने। हिमालय दियां एकांत गुफावां विचों ते उन्हां सोहणियां बन्नां थी ओ केड़ी शांत मगनता तुसी बगदाद दे गुलाब दे अंगूरां दे बागां विच अपने नाल आण वसाई आपने। बद्रीनाथ पहाड़ दी बर्फानी चोटी थी केड़ा ओ नूर तुसी ले आए जिस नाल छो के आपने अपने फकीर रूह ईरानी सिख शाह बहलोल दे दिल नूं प्रकाशिया। बहलोल शाह हजूर दा सिख होया। 8 पख पूरे जीवन रंग राह ते हमेश दी बसंत वाले आप दे शुभ बचन सुने बहलोल ने ते सुन बहलोल दे रूह नाल अनारां दे बागां विच मर गईयां कौमां दे घाह उगे कबरां दे बियाबान कोल ते सुन बहलोल दे रूह नाल अनारां दे बागां विच मर गईयां कौमां दे घाह उगे कबरां दे बियाबान कोल चंद पूर्णिमा नूं खिड़दा ते हसदा सी। पर जद आप बहलोल थी विदा हो गए भारत वर्ष नूं ओ फकीर आप दा ए लोकी आखदे ना किसी होर नाल बोलदा ते ना बंद ना फरिश्ते किसी दी गल नूं सुणदा अचाह ओ। उस फकीर आप दे दी खुशबू फैली सारे ईरान विच। शाह मुल्क ईरान दा आया अपना सलाम करन। पर ओ पाक बंदा तेरा बादशाहां ते वजीरां थी ना सुनदा अपनी सिफत हो ना उन्हां दे खजानियां थी कुछ मंजूर करदा बेपरवाह हो। इउं जीवन कटिया हजूर दे फकीर ने इकल्लियां एकांत विच मगन जुड़िया ध्यान विच ते हजूर दी भगती दे रंग विच ओ खिड़िया फुल हमेश दा। ते जिस सिला नूं हजूर दे चरण छोए बस उस सिला दे अगे बैठा हथ जोड़ के पूरे 60 स्याले बहलोल शाह फकीर आप दा। ते इस मड़ोली नूं छड्डण थी पहला उस लिखे ए लफज उस पत्थर पाक दे उत्ते। इत्थे हिंदू गुरु नानक ने फकीर बहलोल नाल वचन विलास कीते ते इत्थे जत थी गुरु जी टुर गए ईरान थी इन्हां 60 सियालियां लई बहलोल दे रूह ने मालक दे शब्द विच ध्यान कीता जिवें प्रभात चमक पाए शहद परे गुलाब उत्ते एक शहद दी मक्खी बैठे अडोल रस चूपदी। नूर जी शाह जी पास 10 साल थी आउंदे सन पर 5 फेरे अगे पा चुके सन। 2 साल मगरों ऐतकी फिर आए सन ते अज 6वां फेरा सी। 5वें फेरे आप दी कंडी हथ फिरिया सी बरकत प्राप्त होई सी। ऐतकी आप नूं आग्या मिली सी। 12 साल विच इस वारी पहली वेरी ते आखिरी वेरी नैण खोल के साईं लोकां दी निहाली नदर एक वेरी बस अज ही पई सी। आप दे घर इस थी 2 साल पहला जो वटाव ते इकबाल आया सी ਉਹ ਸਾਈਂ ਲੋਕਾਂ ਦੀ ਛੋਹ ਤੇ ਅਸੀਸ ਤੇ ਅਰਦਾਸ ਦਾ ਨਤੀਜਾ ਸੀ। ਜੋ ਜੋ ਜੂਨੀ ਆਇਓ ਤਹ ਤਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭਰਮ ਥਿਤ ਨਹੀਂ ਪਾਈ करो सेवा गुर लागो चरण गोविंद जी का मार्ग देहो जी बताई रहाओ अनक उपाव करो माया को बचित तरो मेरी मेरी करत सद ही विहावे कोई ऐसो रे भेटै संत मेरी लाहे सगल चिंत ठाकर स्यों मेरा रंग लावे पढ़े रे सगल वेद न चुकै मन भेद एक खिन ना तीरै मेरे घर के पंचा कोई ऐसो रे भगत जो माया ते रहत एक अमृत नाम मेरे हृदय सिंचा जे तेरे तीरथ नाए आहंग बुध मैल लाए घर को ठाकुर एक तिल न माने कद पावो साध संग हर हर सदा आनंद ज्ञान अंजन मेरे मन इश्नाने सगल आश्रम किए मनवा न पति ने विवेकहीन देही तोए कोई पाइय रे पुरख बेदाता
पार ब्रह्म के रंग राता, मेरे मन की दुर्मत मल खोए। कर्म धर्म जुगता, निमुख न हेत करता, गर्भ गर्भ पड़े कहीं न लेखे। जिस भेटिए सफल मूरत, करे सदा कीरत, गुर प्रसाद को नेत्रों पेखे। मन हठ जो कमावे, तिल न लेखे पावे, बगल ज्यों ध्यान लावे, माया रे तारी। कोई ऐसो रे सुखे दाई, प्रभ की कथा सुनाई, तिस पेटे गत होए हमारी। सुप्रसन्न गोपाल राय, काटे रे बंधन माए, गुर के शब्द मेरा मन राता। सदा सदा आनंद, भेटियो निरपै गोबिंद, सुख नानक लादे हर चरण पर आता। सफल सफल भई सफल यात्रा, आवन जान रहे मिले सादा, रहाव दूजा। गुरु रू प्यारी साध संगत जी, इस लिखत ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।